Student, I am Amandeep Yatka, your math teacher. Today we will discuss our new chapter number 10, straight line. First, we will discuss about distance between 2 points, which we had already discussed in class 10th. ठीक है 10th class ਦੇ ਵਿੱਚ ਆਪਾਂ distance find out ਕੀਤਾ ਸੀ. If there are 2 points given, first is x1 y1 whose coordinates, that is P point, and Q point whose coordinates are x2 y2. Then we find the distance between 2 points. Its formula is x2 minus x1 its whole square, then y2 minus y1 minus y1 its whole square. ठीक है ब्रैकेट ਦੇ ਵਿੱਚ ਹੀ ਆਪਾਂ x2 ठीक है x2 minus x1 its whole square, then plus y2 minus y1 its whole square. ठीक है ये फार्मूला ਆਪਾਂ 10th ਦੇ ਵਿੱਚ ਵੀ ਚੰਗੀ ਤਰ੍ਹਾਂ ਡਿਸਕਸ ਕੀਤਾ ਹੋਇਆ ਹੈ ਕਿ ਅਗਰ ਦੋ ਪੁਆਇੰਟਸ ਹੈ ਤਾਂ ਉਹਨਾਂ ਦੇ ਵਿੱਚ ਡਿਸਟੈਂਸ ਆਪਾਂ ਕਿਵੇਂ ਫਾਈਂਡ ਆਊਟ ਕਰਨਾ ਹੈ ਕਲੀਅਰ ਨੈਕਸਟ देयर इज ए सेक्शन फार्मूला ठीक है सेकंड पार्ट ਦੇ ਵਿੱਚ ਹੈ द कोऑर्डिनेट ऑफ ए पॉइंट डिवाइडिंग द लाइन सेगमेंट जॉइनिंग द पॉइंट x1 y1 x2 y2 and internally in the ratio m ratio n कि अगर अपने को दो पॉइंट्स है first is p and second is q and there is a point p like m which divides the line segment into ratio m small m and n mn ratio ਦੇ ਵਿੱਚ ਡਿਵਾਈਡ ਕਰਦਾ ਹੈ ਤਾਂ ਸੈਕਸ਼ਨ ਫਾਰਮੂਲਾ ਕੀ ਕਹਿੰਦਾ ਕਿ ਇਹਦੇ ਵਿੱਚ ਇਹ ਫਾਰਮੂਲਾ ਲੱਗੇਗਾ mx2 plus nx1 upon m plus n my2 plus ny1 m plus n ਇਹ ਵੀ ਆਪਾਂ 10th ਕਲਾਸ ਦੇ ਵਿੱਚ ਕੀਤਾ ਹੋਇਆ ਹੈ ਫਾਰਮੂਲਾ ਠੀਕ ਹੈ ਤਾਂ ਇਹ ਬੇਸਿਕ ਹੀ ਹੈ ਇਹਦੇ ਠੀਕ ਹੈ ਜੀ ਨੈਕਸਟ ਅਗਰ ਆਪਾਂ ਨੂੰ ਦੋ ਪੁਆਇੰਟਸ ਗਿਵਨ ਹੈ that is p b a and b and if we will find its midpoint p ठीक है अगर आप मिड पॉइंट फाइंड आउट करना है और a ਦੇ ਕੋਆਰਡੀਨੇਟ ਹੈ x1 y1 और b ਦੇ ਕੋਆਰਡੀਨੇਟ ਹੈ x2 y2 ਤਾਂ ਆਪਾਂ p फाइंड आउट करना है p ਦੇ ਕੋਆਰਡੀਨੇਟਸ ਕੀ ਹੋਣਗੇ x1 x2 upon 2 ਮਿਡ ਪੁਆਇੰਟ ਫਾਰਮੂਲਾ ਇਹ ਹੁੰਦਾ ਹੈ y1 y2 upon 2 ਅਗਰ ਮਿਡ ਪੁਆਇੰਟ ਫਾइंड आउट ਕਰਨਾ ਤੇ ਇਹਦਾ ਫਾਰਮੂਲਾ ਇਹ ਲਗਾਵਾਂਗੇ ਆਪਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 10th ਕਲਾਸ ਦੇ ਵਿੱਚ ਹੀ ਕੀਤਾ ਸੀ कि अगर ਆਪਾਂ ਨੂੰ ਕੋਈ ट्रायंगल गिवन है that is p q r and its coordinates are given x1 y1 q x2 y2 and r x3 y3 ਤਾਂ ਆਪਾਂ ਇਹਨਾਂ ਦਾ ਫਾਰਮੂਲਾ ਕੀ ਲਗਾਉਂਦੇ ਸੀਗੇ ਫਾਈਂਡ ਆਊਟ ਕਰਨ ਦਾ if we want to find the area of the triangle whose vertices are x1 y1 x2 y2 and x3 y3 then its formula is 1 upon 2 mod x1 in bracket y2 minus y3 plus x2 in brackets y2 y3 minus y1 plus x3 y1 y2 ठीक है फार्मूला ਆਪਾਂ ਲਰਨ ਕਰਨਾ ਹੈ ਤਾਂ ਆਪਾਂ ਇਸ ਵੇ ਨਾਲ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਕਿ ਏਰੀਆ ਆਫ ਅ ਟ੍ਰਾਇੰਗਲ whose vertices 3 vertices are given ਠੀਕ ਹੈ ਅਗਰ ਆਪਾਂ ਨੂੰ ਕੋਈ ਪੁਆਇੰਟਸ ਕੋਲੀਨੀਅਰ ਦਿੱਤੇ ਹੈ ਜਾਂ ਆਪਾਂ ਕੋਈ ਪੁਆਇੰਟਸ ਕੋਲੀਨੀਅਰ ਪ੍ਰੂਵ ਕਰਨਾ ਚਾਹੁੰਦੇ ਹਾਂ 3 vertices ਗਿਵਨ ਹੈ ਜਾਂ 3 ਪੁਆਇੰਟਸ ਗਿਵਨ ਹੈ ਆਪਾਂ ਨੂੰ ਦਿੱਤਾ ਹੈ ਕਿ ਇਹ ਕੋਲੀਨੀਅਰ ਹੈ ਤਾਂ ਉਹਨਾਂ ਦਾ ਏਰੀਆ ਹਮੇਸ਼ਾ ਕੀ ਹੋਏਗਾ 0 ਕੋਲੀਨੀਅਰ ਕਿਹੜੇ ਹੁੰਦੇ ਆ ਦਾ ਪੁਆਇੰਟਸ ਵਿਚ ਲਾਈ ਔਨ ਦਾ ਸੇਮ ਲਾਈਨ ਠੀਕ ਹੈ ਜੀ ਹੁਣ ਜੋ ਇਸ ਚੈਪਟਰ ਦੇ ਵਿੱਚ ਆਪਾਂ ਨਵਾਂ ਕਰਨਾ ਉਹ ਹੈ ਸਲੋਪ ਆਫ ਏ ਲਾਈਨ ਠੀਕ ਹੈ ਜੋ ਆਪਾਂ ਪਹਿਲਾਂ ਡਿਸਕਸ ਕੀਤਾ ਉਹ 10th ਕਲਾਸ ਵਾਲਾ ਹੀ ਹੈ ਕੰਮ और अगे आप जो मेन ये नई चीज़ इंट्रोड्यूस हुई है स्लोप ऑफ ए लाइन हुण स्लोप ऑफ ए लाइन की हुंदा देखो सपोज करो कि अपने कोल एक्स एक्सिस है वाई एक्सिस है ठीक है अगर कोई लाइन गिवन आपां एल ठीक है और वो एक्स एक्सिस नाल थीटा बना रही है तो जो स्लोप होएगी उन्होंने आपां शो करते एम नाल m इज इक्वल टू अगर आप जो लाइन
एक्स एक्सिस नाल थीटा बना रही है ਉਹਦੇ ਨਾਲ tan ਲਗਾ ਦਿੰਨੇ ਆ ਤਾਂ ਸਲੋਪ ਹੋ ਜਾਂਦੀ ਹੈ। ਅਗਰ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਕਰੀਏ ਕਿ ਸਲੋਪ ਕੀ ਹੁੰਦੀ ਹੈ, ਸਲੋਪ ਕਿਸੇ ਵੀ ਲਾਈਨ ਦੀ ਜਾਂ ਕੋਈ ਵੀ ਲਾਈਨ ਆ ਉਹਦੀ ਢਲਾਨ ਨੂੰ ਆਪਾਂ ਸਲੋਪ ਕਹਿੰਦੇ ਆ। ਠੀਕ ਹੈ ਜੀ, ਕੋਈ ਵੀ ਲਾਈਨ ਆ ਉਹਦੀ ਜੋ ਢਲਾਨ ਹੁੰਦੀ ਹੈ, ਠੀਕ ਹੈ, ਪੰਜਾਬੀ ਦੇ ਵਿੱਚ ਆਪਾਂ ਸਲੋਪ ਨੂੰ ਢਲਾਨ ਹੀ ਕਹਿੰਦੇ ਆ। ਠੀਕ ਹੈ ਜੀ, ਅਗਰ ਆਪਾਂ ਜੋ ਵੀ ਥੀਟਾ ਉਹਦੇ ਨਾਲ ਟੈਨ ਲਗਾ ਦਿੰਨੇ ਆ ਤਾਂ ਆਪਣੇ ਕੋਲ ਕੀ ਆ ਜਾਂਦਾ, ਸਲੋਪ। ਸਲੋਪ ਨੂੰ ਆਪਾਂ ਸ਼ੋ ਕਰਦੇ ਆ ਐਮ ਨਾਲ। ਠੀਕ ਹੈ, ਐਮ ਇਜ਼ ਇਕੁਅਲ ਟੂ ਟੈਨ ਥੀਟਾ। ਸਲੋਪ ਇਜ਼ ਆਲਸੋ ਕਾਲਡ ਦਾ ਗ੍ਰੇਡੀਐਂਟ। ਕਲੀਅਰ? ਠੀਕ ਹੈ ਜੀ, ਕਲੀਅਰ ਹੈ ਇਹ। ਹੁਣ ਦੇਖੋ, ਅਗਰ ਆਪਾਂ ਨੂੰ ਮੰਨ ਲਓ ਕੋਈ ਲਾਈਨ ਆ that is x axis and y axis, ਅਗਰ ਕੋਈ ਲਾਈਨ y ਦੇ ਪੈਰਲਰ ਹੈ ਤਾਂ ਉਹ ਲਾਈਨ ਦੀ ਸਲੋਪ ਹਮੇਸ਼ਾ ਕੀ ਹੋਏਗੀ, ਨੋਟ ਡਿਫਾਈਨਡ, ਮੀਨਸ ਕਿ ਇਨਫਿਨਿਟੀ। ਠੀਕ ਹੈ, ਅਗਰ ਕੋਈ ਵੀ ਲਾਈਨ y ਐਕਸਿਸ ਦੇ ਪੈਰਲਰ ਹੈ whose slope is not defined, ਅਗਰ ਕੋਈ ਲਾਈਨ x ਐਕਸਿਸ ਦੇ ਪੈਰਲਰ ਹੈ ਤਾਂ ਉਹਦੀ ਸਲੋਪ ਹਮੇਸ਼ਾ ਕੀ ਹੋਏਗੀ, 0 ਹੋਏਗੀ। ਕਲੀਅਰ ਆ? ਨੈਕਸਟ, ਅਗਰ ਆਪਾਂ ਨੂੰ ਇਹਦੇ ਵਿੱਚ ਦੇਖੋ ਦੋ ਕੰਡੀਸ਼ਨਸ ਹੁੰਦੀਆਂ। ਪਹਿਲਾਂ ਆਪਾਂ ਸਲੋਪ ਦੇ ਵਿੱਚ ਇੱਕ ਤੁਹਾਨੂੰ ਦੱਸਦੇ ਹਾਂ ਕਿ ਅਗਰ ਇਸ ਤਰ੍ਹਾਂ ਆਪਣੇ ਕੋਲ ਥੀਟਾ ਬਣਿਆ, ਅਗਰ ਆਪਾਂ ਇਸ ਲਾਈਨ ਦੇ ਵਿੱਚ ਜਾਂਦੇ ਆ ਤਾਂ ਇਹ ਐਂਟੀ ਕਲੌਕਵਾਈਜ਼ ਹੁੰਦਾ ਹੈ। ਅਗਰ ਆਪਾਂ ਇਸ ਤਰ੍ਹਾਂ ਆਉਂਦੇ ਹਾਂ ਤਾਂ ਇਹ ਕੀ ਹੁੰਦਾ ਹੈ, ਕਲੌਕਵਾਈਜ਼ ਹੁੰਦਾ ਹੈ। ਠੀਕ ਹੈ, ਔਰ ਜੋ ਸਲੋਪ ਲਾਈਨ ਦੀ ਸਲੋਪ ਹੁੰਦੀ ਉਹ ਹਮੇਸ਼ਾ ਐਂਟੀ ਕਲੌਕਵਾਈਜ਼ ਹੀ ਇਹਦਾ ਜਿਹੜਾ ਥੀਟਾ ਹੈ ਉਹ ਬਣਦਾ ਹੁੰਦਾ। ਠੀਕ ਹੈ ਜੀ, ਹੁਣ ਆਪਣੇ ਕੋਲ ਕੰਡੀਸ਼ਨ ਹੁੰਦੀ ਹੈ ਇਫ ਦਾ ਲਾਈਨ L1 ਪੈਰਲਰ ਟੂ L2, ਅਗਰ ਦੋ ਲਾਈਨਸ ਪੈਰਲਰ ਹੈ, ਠੀਕ ਹੈ, ਤਾਂ ਉਹਨਾਂ ਦੀ ਸਲੋਪ ਹਮੇਸ਼ਾ ਕੀ ਹੋਏਗੀ, ਇਕੁਅਲ ਹੋਏਗੀ। M1 is equal to M2 if two lines are parallel to each other। ਠੀਕ ਹੈ, ਤਾਂ ਉਹਨਾਂ ਦੋਨਾਂ ਦੀ ਸਲੋਪ ਕੀ ਹੋਏਗੀ, ਸੇਮ ਹੋਏਗੀ। ਹੁਣ ਅਗਰ ਦੋ ਲਾਈਨਸ ਆਪਣੇ ਕੋਲ ਪਰਪੈਂਡੀਕੂਲਰ ਆ, ਠੀਕ ਹੈ ਜੀ, ਜਿਵੇਂ ਆ L1 ਲਾਈਨ ਹੈ, L2 ਹੈ, ਇੱਕ ਦੂਸਰੇ ਦੇ ਉੱਪਰ ਪਰਪੈਂਡੀਕੂਲਰ ਹੈ, ਮੀਨਸ ਕਿ 90 ਡਿਗਰੀ ਦੇ ਐਂਗਲ ਤੇ ਇੱਕ ਦੂਸਰੇ ਨੂੰ ਇੰਟਰਸੈਕਟ ਕਰ ਰਹੀਆਂ, ਤਾਂ ਸਲੋਪ ਕੀ ਹੋਏਗੀ, M1 M2 is equal to -1। ਇਹ ਕੰਡੀਸ਼ਨ ਹੁੰਦੀ ਹੈ ਇਹਨਾਂ ਦੀ। ਕਲੀਅਰ? ਨੈਕਸਟ, ਐਂਗਲ ਬਿਟਵੀਨ ਟੂ ਲਾਈਨਸ ਦੇ ਵਿੱਚ ਜੋ ਐਂਗਲ ਹੈ ਉਹ ਆਪਾਂ ਕਿਵੇਂ ਫਾਈਂਡ ਆਊਟ ਕਰਨਾ। ਠੀਕ ਹੈ, ਅਗਰ ਆਪਣੇ ਕੋਲ ਟੂ ਲਾਈਨਸ ਆ ਉਹਨਾਂ ਦੇ ਵਿੱਚ ਜੋ ਐਂਗਲ ਹੋਏਗਾ ਉਹ ਆਪਾਂ ਕਿਵੇਂ ਫਾਈਂਡ ਆਊਟ ਕਰਨਾ ਹੈ, ਇਹ ਵਾਲਾ ਐਂਗਲ ਥੀਟਾ ਵੀ ਕਹਿ ਸਕਦੇ ਹਾਂ ਆਪਾਂ। ਠੀਕ ਹੈ, ਤਾਂ ਇਹਦਾ ਫਾਈਂਡ ਆਊਟ ਕਰਨ ਦਾ ਕੀ ਹੈ ਕਿ ਪਹਿਲਾਂ ਆਪਾਂ ਦੋਨੇ ਜੋ ਵੀ ਆਪਣੇ ਕੋਲ ਲਾਈਨਸ ਆ ਉਹਨਾਂ ਦੀ ਸਲੋਪ ਫਾਈਂਡ ਆਊਟ ਕਰਾਂਗੇ। M1 ਫਸਟ ਲਾਈਨ ਦੀ ਸਲੋਪ ਨੂੰ ਆਪਾਂ ਲੈਟ ਕਰ ਲਾਂਗੇ M1 ਹੈ, ਔਰ ਦੂਸਰੀ ਲਾਈਨ ਦੀ ਸਲੋਪ ਨੂੰ ਆਪਾਂ ਲੈਟ ਕਰ ਲਾਂਗੇ M2 ਆ। ਠੀਕ ਹੈ ਜੀ, ਤਾਂ ਆਪਾਂ ਅਗਰ ਉਹਨਾਂ ਦਾ ਥੀਟਾ ਫਾਈਂਡ ਆਊਟ ਕਰਨਾ ਉਹ ਲਾਈਨਸ ਦੇ ਵਿੱਚ ਕੀ ਹੋਏਗਾ, tan ਥੀਟਾ ਇਜ਼ ਇਕੁਅਲ ਟੂ M2 ਮਾਈਨਸ M1 ਅਪੋਨ 1 ਪਲੱਸ M1 M2। ਕਲੀਅਰ? ਇਹ ਥੀਟਾ ਫਾਈਂਡ ਆਊਟ ਕਰਨ ਦਾ ਫਾਰਮੂਲਾ ਹੈ। ਅੱਗੇ ਆ ਕੋਲੀਨੀਅਰ ਆਫ 3 ਪੁਆਇੰਟਸ। ਠੀਕ ਹੈ, ਅਗਰ ਆਪਾਂ 3 ਪੁਆਇੰਟਸ ਨੂੰ ਕੋਲੀਨੀਅਰ ਪ੍ਰੂਵ ਕਰਨਾ ਤਾਂ ਉਹਨਾਂ ਦੀ ਜੋ ਸਲੋਪ ਹੈ, ਮੰਨ ਲਓ ਆਪਣੇ ਕੋਲ ਇੱਕ ਲਾਈਨ ਹੈ AB, ਕੋਈ ਲਾਈਨ ਹੈ ਉਹਦੇ ਉੱਪਰ ਪੁਆਇੰਟਸ ਹੈ ABC। ਠੀਕ ਹੈ, ਇਹਨਾਂ ਨੂੰ ਆਪਾਂ ਕੋਲੀਨੀਅਰ, ਆਪਾਂ ਨੂੰ ਗਿਵਨ ਆ ਪੁਆਇੰਟਸ, ਜਾਂ ਆਪਾਂ ਕੋਲੀਨੀਅਰ ਪ੍ਰੂਵ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਕੀ ਕਵਾਂਗੇ, ਸਲੋਪ ਆਫ AB ਇਜ਼ ਇਕੁਅਲ ਟੂ ਸਲੋਪ ਆਫ BC। ਠੀਕ ਹੈ, ਨਾਓ we will start our exercise 10.1. Its first sum is draw a quadrilateral in the Cartesian plane whose vertices are -4.5, 5, 0, 7, 5, -5 and -4, -2। ਦੇਖੋ ਆਪਾਂ ਗ੍ਰਾਫ ਦੇ ਵਿੱਚ x ਐਕਸਿਸ y ਐਕਸਿਸ ਲੈ ਕੇ, ਜਿਵੇਂ ਆਪਾਂ ਕੋਆਰਡੀਨੇਟ ਲੈ ਕੇ ਜੋ ਵੀ ਕੋਆਰਡੀਨੇਟਸ ਡਰਾਅ ਕਰਾਂਗੇ ਤਾਂ ਆਪਣੇ ਕੋਲ ਇੱਕ ਕੁਆਡਰੀਲੇਟਰਲ ਬਣ ਜਾਏਗਾ,
और इन्हां नूं आपां पॉइंट्स दे दांगे ABCD। हुण ये क्वाड्रिलेटरल दा आपां एरिया फाइंड आउट करना है, ठीक है। तो आपां की कीता A ते C नूं ज्वाइन करता, तो देखो एक ट्रायंगल A बन रहा है, एक ट्रायंगल ABC बन रहा है, ठीक है। फर्स्ट ट्रायंगल ABC बन रहा है, तो तुहाडे कोल जो A दे कोआर्डीनेट्स है, कोआर्डीनेट्स हो की हो गए x1 y1, B दे कोआर्डीनेट्स x2 y2 एंड C दे कोआर्डीनेट्स x3 y3। तो इहदे ते आपां एरिया ऑफ ट्रायंगल फार्मूला लगा लांगे, ठीक है, जो आप लास्ट डिस्कस किया है 1/2, ठीक है। और मॉडलेस दे विच की हुंदा है x1 दे x1 y2 माइनस y3, जो भी फार्मूला वो आपां याद रखांगे और फार्मूला इत्थे अप्लाई करांगे, ठीक है। फिर उस तो बाद सेम फार्मूला आपां ADC दे उपर लगावांगे। अगर आपां ADC और ABC नूं ऐड करांगे तो अपने कोल की आ जाएगा, क्वाड्रिलेटरल दा एरिया आ जाएगा। क्लीयर। In the second sum, the base of a equilateral triangle with side 2A lies along the y-axis such that the midpoint of the base is at the origin. Find the vertices of the triangle. कहते कि x axis और y axis given है और आपां नूं इहदे points given है, ठीक है, ABC। तो आप ABC जो भी कोऑर्डिनेट्स आ फाइंड आउट करने हैं और इक्विलेटरल ट्रायंगल है ABC, हर एक साइड अपने को 2A और जो BC साइड है ये भी A आ जाएगी, ये भी अपने को A आ जाएगी, ठीक है। इट्स ऑल साइड्स आर इक्वल एंड 2A, ठीक है। 2A जो ये साइड्स है गिवन। फाइंड द वर्टिसेस ऑफ ए ट्रायंगल, ट्रायंगल दे वर्टिसेस फाइंड आउट करने, ABC फाइंड आउट करना है, ठीक है जी। हुण लेट ABC बी द गिवन इक्विलेटरल ट्रायंगल, AB इज इक्वल टू BC इज इक्वल टू CA इज इक्वल टू 2A, ठीक है। BO और OC, ठीक है, ये अपने कोल की है ओरिजिन दे विच क्या है ना कि ये मिड पॉइंट ऑफ द बेस इज एट द ओरिजिन, कि ओरिजिन ते मिड पॉइंट्स है। इट मीनस कि OB भी A अपने कोल और OC भी अपने कोल की है A गिवन है, ठीक है। तो B दे कोऑर्डिनेट्स की हो जाएंगे, y एक्सिस ते x 0 हुंदा है और y की है A है, और C दे कोऑर्डिनेट्स की हो जाएंगे 0, -A, ठीक है। और A कोऑर्डिनेट्स आप फाइंड आउट करने हैं, ठीक है जी। हुण देखो कि अगर कोई ओरिजिन दे विचों पास करदी है लाइन तो ओह ਇਹਦੇ ਤੇ ਕੀ ਹੋਏਗੀ, परपेंडिकुलर होएगी। वैसे भी x एक्सिस और y एक्सिस एक दूसरे ਦੇ ਉੱਪਰ परपेंडिकुलर ਹੁੰਦੀਆਂ, ਤਾਂ ਆਪਾਂ ਇਹ ਵਾਲੀ ट्रायंगल ਲਵਾਂਗੇ BOA, ठीक है। BOA भी ले सकते हैं और OCA भी ले सकते हैं, ठीक है। तो इन्हां ते डिस्टेंस फार्मूला लगावांगे, पाइथागोरस थ्योरम लगावांगे, AC स्क्वायर मीनस कि हाइपोटेनस स्क्वायर इज इक्वल टू परपेंडिकुलर स्क्वायर प्लस बेस स्क्वायर, ठीक है जी। वो फार्मूला लगाता, अपने को OA की वैल्यू आ गई और A दे कोऑर्डिनेट्स आ गए अपने को +-√3A, 0। क्लियर। नेक्स्ट इन द थर्ड सम, फाइंड द डिस्टेंस बिटवीन P x1 y1, P कोई पॉइंट है whose coordinates are x1 y1 and another point Q whose coordinates are x2 y1 if PQ is parallel to the y axis, ठीक है। ਆਪਾਂ ਨੂੰ ਦੋ ਕੰਡੀਸ਼ਨਸ ਦਿੱਤੀਆਂ ਹੋਈਆਂ ਕਿ ਕੋਈ ਲਾਈਨ PQ ਹੈ, ਅਗਰ y ਦੇ ਪੈਰਲਲ ਹੈ ਤਾਂ ਉਹਦੇ ਕੀ ਡਿਸਟੈਂਸ ਹੋਏਗਾ, ਅਗਰ ਸੇਮ ਲਾਈਨ x ਦੇ ਪੈਰਲਲ ਹੈ ਤਾਂ ਉਹਦਾ ਡਿਸਟੈਂਸ ਕੀ ਹੋਏਗਾ PQ ਲਾਈਨ ਦਾ, ठीक है जी। तो फर्स्ट है कि when PQ is parallel to x axis, अगर कोई लाइन x एक्सिस दे पैरलल है, फर्स्ट पॉइंट दे विच है y एक्सिस दे पैरलल, कि कोई लाइन y एक्सिस दे पैरलल है, तो इसदे उपर देखो ये लाइन दे उपर x1 और x2 की होणगे, सेम होणगे, ठीक है। जां तुसीं इस तरह भी कह सकते हो कि जो x1 दे कोऑर्डिनेट्स देखो, अगर आपां इत्थे कोई x की वैल्यू फिक्स करती और y की वैल्यू की अलग अलग आ रही है, x1 ले लो, x2 ले लो, x3 ले लो, तो सारे पॉइंट्स की सेम आ रहे हैं,
ठीक है। मीनस कि जब मान लो इतने 2 आ तो 2 2 2 आ रहा और y दी वैल्यूज की है, y दी वैल्यूज वेरीएशन हो रही है तो x1 इज इक्वल टू x2 होएगा। तो आप डिस्टेंस फार्मूला लगावांगे p एंड q दे उपर x2 माइनस x1 दी स्केयर प्लस y2 माइनस y1 दी स्केयर। ठीक है। ਜਾਂ ਤੁਸੀਂ ਕੀ ਕਹਿ ਸਕਦੇ ਹੋ ਕਿ ਅਗਰ ਕੋਈ x y एक्सिस ਦੇ ਪੈਰਲਲ ਹੁੰਦੇ ਤਾਂ ਉਹਦੀ ਸਲੋਪ ਕੀ ਹੁੰਦੀ ਹੈ, ਇਨਫਿਨਿਟੀ ਹੁੰਦੀ ਹੈ। ठीक है जी। स्लोप की होएगी ਉਹਦੀ ਇਨਫਿਨਿਟੀ ਹੋਏਗੀ ਮੀਨਸ ਕਿ y2 ਮਾਈਨਸ y1 अपॉन x2 ਮਾਈਨਸ x1। ਅਗਰ 2 ਪੁਆਇੰਟਸ ਆਪਾਂ ਨੂੰ ਗਿਵਨ ਹੈ, ਕਿਸੇ ਵੀ ਲਾਈਨ ਦੇ 2 ਪੁਆਇੰਟਸ ਗਿਵਨ ਹੈ, ਉਹਦੀ ਸਲੋਪ ਫਾਈਂਡ ਆਊਟ ਕਰਨੀ ਹੁੰਦੀ ਹੈ। ਮੰਨ ਲਓ ਇਹ ਪੁਆਇੰਟ x1 y1 ਹੈ, ਦੂਸਰਾ ਪੁਆਇੰਟ x2 y2 ਆ, ਤਾਂ ਅਗਰ ਇਸ ਲਾਈਨ ਦੀ ਆਪਾਂ ਸਲੋਪ ਫਾਈਂਡ ਆਊਟ ਕਰਨੀ ਹੈ ਤਾਂ ਉਹਦਾ ਫਾਰਮੂਲਾ ਕੀ ਹੁੰਦਾ ਹੈ, y2 ਮਾਈਨਸ y1 अपॉन x2 ਮਾਈਨਸ x1। ठीक है। तो देखो हुण इहदे विच कि y1 और अपने को जो स्लोप आ 1/0 आएगी मीनस कि इनफिनिटी होएगी। तो आप इस तरह कर सकते हैं y2 माइनस y1 x2 माइनस x1 इज इक्वल टू 1/0 इनफिनिटी आएगी। ठीक है। तो x2 माइनस x1 की आ जाएगा अपने को 0। ठीक है जी। तो y1 y2 माइनस y1 जो x1 और x2 की वैल्यू के सेम आ जाएगी तो y2 माइनस y1 की होल स्केयर आ जाएगी। ठीक है जी। हुण जो सैकेंड पार्ट है ਉਹਦੇ ਵਿੱਚ ਹੈ PQ इज पैरेलल टू x एक्सिस। अगर x एक्सिस ਦੇ पैरेलल है तो x एक्सिस ਦੀ ਸਲੋਪ ਕੀ ਹੁੰਦੀ ਹੈ, 0 ਹੁੰਦੀ ਹੈ। ਸੇਮ ਵੇ ਨਾਲ y2 ਮਾਈਨਸ y1 अपॉन x1 ਮਾਈਨਸ x2 ਇਜ਼ ਇਕੁਅਲ ਟੂ 0 ਤਾਂ ਉਥੋਂ y2 ਇਜ਼ ਇਕੁਅਲ ਟੂ y1 ਆ ਜਾਏਗਾ। ਤੇ ਇਹਦੇ ਵਿੱਚ y2 ਇਜ਼ ਇਕੁਅਲ ਟੂ y1 ਆ ਤਾਂ 0 ਬਣ ਜਾਏਗੀ। ਤਾਂ ਆਪਣੇ ਕੋਲ ਡਿਸਟੈਂਸ ਆਫ PQ ਕੀ ਆ ਜਾਏਗਾ, ਸਕੁਅਰ ਰੂਟ ਆਫ x2 minus x1. It's fourth part you will try yourself. Fifth and sixth sum also. In the seventh sum, find the slope of the line which makes an angle of 30 degree with the positive direction of y-axis measured anti-clockwise. ठीक है। अपन x-axis given है, y-axis given है, एक line है जो कि anti-clockwise direction ਦੇ ਵਿੱਚ makes an angle of 30 degree with the positive direction of y-axis। देखो ਇਹਦੇ ਵਿੱਚ ਆਪਾਂ ਨੂੰ y-axis x-axis given है और जो ਇੱਥੇ ਥੀਟਾ ਬਣ ਰਿਹਾ ਉਹ 30 ਡਿਗਰੀ ਦਾ ਬਣ ਰਿਹਾ। ਠੀਕ ਹੈ। ਇਸ ਤਰ੍ਹਾਂ ਲਾਈਨ ਹੈ, ਇੱਥੇ ਜੋ ਐਂਗਲ ਬਣ ਰਿਹਾ 30 ਡਿਗਰੀ ਦਾ ਬਣ ਰਿਹਾ। ਪਰ ਆਪਾਂ ਜੋ ਵੀ ਐਂਗਲ ਲੈਣਾ ਆਪਾਂ ਕੀ ਲੈਣੇ ਹੁੰਨੇ ਆ, ਐਂਟੀ ਕਲੋਕਵਾਈਜ਼। ਠੀਕ ਹੈ। ਤੇ ਇਹ ਪੂਰਾ ਐਂਗਲ ਕਿੰਨੇ, ਇਹ 90 ਡਿਗਰੀ ਦਾ एक्स एक्सिस ਨਾਲ y एक्सिस ਨਾਲ ਇਹ ਐਂਗਲ ਕਿੰਨਾ ਆ ਗਿਆ 90 ਔਰ ਪਲੱਸ 30 ਹੋ ਜਾਏਗਾ ਇਹਦੇ ਵਿੱਚ ਐਡ। ਠੀਕ ਹੈ ਜੀ। ਤਾਂ ਆਪਣੇ ਕੋਲ ਥੀਟਾ ਕੀ ਆ ਗਿਆ 120। ਥੀਟਾ 120 ਹੈ ਤਾਂ ਸਲੋਪ ਕੀ ਹੁੰਦੀ ਹੈ, m ਇਜ਼ ਇਕੁਅਲ ਟੂ tan ਥੀਟਾ। ਥੀਟਾ ਇਜ਼ 120। ਇਹਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ 180 ਮਾਈਨਸ 60 ਮਾਈਨਸ tan ਥੀਟਾ ਹੁੰਦਾ ਹੈ ਔਰ ਮਾਈਨਸ √3 ਇਹਦੀ ਵੈਲਿਊ ਆ ਜਾਏਗੀ। ठीक है जी। 6 tan ਨੈਗੇਟਿਵ ਹੋਏਗਾ ਕਿਉਂਕਿ ਸੈਕਿੰਡ ਕੁਆਡਰੈਂਟ ਦੇ ਵਿੱਚ tan ਕੀ ਹੁੰਦਾ ਆਪਣੇ ਕੋਲ ਨੈਗੇਟਿਵ ਹੁੰਦਾ। ਕਲੀਅਰ। ਨੈਕਸਟ ਇਟਸ 10th sum is find the angle between x axis and the joining the points line joining the points 3 minus 1 and 4 minus 2। देखो पहला ਆਪਾਂ ਇਹਦੀ slope find out ਕਰਾਂਗੇ। slope of the line joining the points 3 minus 1 4 minus 2 is m y2 minus y1 upon x2 minus x1। ਆਪਾਂ ਨੂੰ ਪਤਾ ਕਿ ਦੋ ਪੁਆਇੰਟਸ ਗਿਵਨ ਹੈ ਤਾਂ ਸਲੋਪ ਕੀ ਹੋਏਗੀ y2 ਮਾਈਨਸ, ਅਗਰ ਇੱਕੋ ਹੀ ਪੁਆਇੰਟ ਆਪਾਂ ਨੂੰ ਲਾਈਨ ਗਿਵਨ ਹੈ ਤਾਂ ਉਹਦੀ ਸਲੋਪ ਹਮੇਸ਼ਾ ਕੀ ਹੁੰਦੀ ਹੈ m is equal to tan ਥੀਟਾ, ਜੇ ਆਪਾਂ ਨੂੰ ਥੀਟਾ ਗਿਵਨ ਹੈ। ਠੀਕ ਹੈ ਜੀ। ਅਗਰ ਆਪਾਂ ਨੂੰ 2 ਪੁਆਇੰਟਸ ਗਿਵਨ ਹੈ ਔਰ ਆਪਾਂ ਸਲੋਪ ਫਾਈਂਡ ਆਊਟ ਕਰਨੀ ਹੈ ਲਾਈਨ ਦੀ ਤਾਂ ਕੀ ਫਾਰਮੂਲਾ ਹੋਏਗਾ y2 ਮਾਈਨਸ y1 upon x2 ਮਾਈਨਸ x1। ਤਾਂ m1 ਸਲੋਪ ਆਫ x ਐਕਸਿਸ ਦੀ ਸਲੋਪ ਹਮੇਸ਼ਾ ਕੀ ਹੁੰਦੀ ਹੈ 0 ਹੁੰਦੀ ਹੈ ਔਰ y ਐਕਸਿਸ ਦੀ ਸਲੋਪ ਹਮੇਸ਼ਾ ਕੀ ਹੁੰਦੀ ਹੈ ਇਨਫਿਨਿਟੀ ਹੁੰਦੀ ਹੈ। ਠੀਕ ਹੈ ਜੀ। ਸਲੋਪ ਆਫ x ਐਕਸਿਸ ਇਜ਼ ਇਕੁਅਲ ਟੂ 0 ਕਿਉਂਕਿ ਇਹਨਾਂ ਨੇ ਕਿਹਾ ਕਿ ਐਂਗਲ find the angle between the x axis and the line joining the points। ठीक है जी। ਤਾਂ ਪਹਿਲਾਂ ਆਪਾਂ ਕੋਈ ਇਹਦੇ ਵਿੱਚ x axis और y axis ਲੈ ਲਾਂਗੇ ਲਾਈਨਸ। ठीक है जी। y axis and x axis जो लाइन्स आ
ਉਹ ਆਪਾਂ ਲਵਾਂਗੇ। ਠੀਕ ਹੈ ਜੀ। ਇਹਦੇ ਵਿੱਚ ਜੋ ਥੀਟਾ ਹੈ ਇੱਥੇ ਮੰਨ ਲਓ ਕੋਈ ਪੁਆਇੰਟਸ ਆ ਉਹ ਵਾਲੇ ਜੋ ਆਪਾਂ ਨੂੰ 3,-1 ਔਰ 4,-2 ਗਏ ਉਹ ਆ 2 ਪੁਆਇੰਟਸ ਹੈ। ਠੀਕ ਹੈ। ਐਕਸ ਐਕਸਿਸ ਨਾਲ ਥੀਟਾ ਬਣਾ ਰਹੀ ਹੈ एंगल। तो M1 की आ जाएगा 0 आ जाएगा, M2 की आ जाएगा, दोनों की स्लोप फाइंड आउट कर लांगे y2 माइनस y1। ठीक है जी, अपॉन x2 माइनस x1। M1 की स्लोप तक की आ जाएगी 0 ही आएगी ना, और M2 की स्लोप आप फाइंड M2 जो सेकंड लाइन है उसकी स्लोप आप फाइंड आउट कर लांगे। देन एंगल बिटवीन टू lines is equal to tan theta is equal to m2 minus m1 upon 1 plus m1 m2। ਆਪਾਂ ਲਾਸਟ ਤੇ ਡਿਸਕਸ ਕੀਤਾ ਕਿ ਅਗਰ ਸਲੋਪ ਫਾਈਂਡ ਆਊਟ ਕਰਨੀ ਹੈ ਤਾਂ ਉਹਦਾ ਫਾਰਮੂਲਾ ਲਗਾਵਾਂਗੇ m2 minus m1 upon 1 plus m1 m2। clear? In the next part sum, the slope of a line is double of the slope of the another line। दो lines given है, ਇੱਕ ਦੀ ਸਲੋਪ ਅਗਰ x ਹੈ ਤਾਂ ਦੂਸਰੇ ਦੀ ਸਲੋਪ ਕੀ ਹੋਏਗੀ 2x। ਇਫ the tangent of the angle between them is 1/3 find the slope of the line। m1 ਆਪਾਂ x ਸਿਲੈਕਟ ਕਰ ਲਈ, m2 ਕੀ ਹੋ ਜਾਏਗੀ 2x। ਆਪਾਂ ਨੂੰ ਥੀਟਾ ਵੀ ਗਿਵਨ ਹੈ, tan ਥੀਟਾ ਦਾ ਫਾਰਮੂਲਾ ਲਗਾਵਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਏਗਾ। In 12th sum, a line passes through x1 y1 and hk। if slope of the line is m, show that k minus y1 is equal to m h minus x1। ਦੇਖੋ ਆਪਾਂ ਨੂੰ ਦੋ ਲਾਈਨਸ, ਇੱਕ ਲਾਈਨ ਦਿੱਤੀ ਹੋਈ ਹੈ ਜੋ ਇਹਨਾਂ ਪੁਆਇੰਟਸ ਦੇ ਵਿੱਚੋਂ ਪਾਸ ਕਰਦੀ ਹੈ ਤਾਂ ਸਲੋਪ ਕੀ ਹੁੰਦੀ ਹੈ m is equal to y2 minus y1 x2 minus x1। ਇਹ y1 x1 y1 that is x2 y2। ਇਹਦੇ ਵਿੱਚ ਵੈਲਿਊਜ਼ ਫਿਲ ਕਰ ਦਾਂਗੇ, ਕ੍ਰੋਸ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਆਨਸਰ ਆ ਜਾਏਗਾ। ਇਨ the 13th sum, if 3 points h, 0, a, b and o, h lie on the same line, show that a upon h plus b upon k is equal to 1। these 3 points are collinear, that is let first point is a and second point is b and c, third point is c। these 3 points are collinear, so the slope of ab is equal to slope of bc। ਹੁਣ ਤੁਹਾਨੂੰ ab ਦੋ ਪੁਆਇੰਟਸ ਗਿਵਨ ਹੈ ਤਾਂ ਤੁਸੀਂ ਸਲੋਪ ਫਾਈਂਡ ਆਊਟ ਕਰਨੀ ਆਂਦੀ ਹੈ। ਠੀਕ ਹੈ, ਅਗਰ ਦੋ ਪੁਆਇੰਟਸ ਗਿਵਨ ਹੈ ਕਿ a x1 y1 ਹੈ, x2 y2 ਹੈ ਤੇ ਇਹਦੀ ਸਲੋਪ ਕੀ ਹੋਏਗੀ y2 minus y1 upon x2 minus x1। ਸੇਮ ਫਾਰਮੂਲਾ ਇਹਦੇ ਵਿੱਚ ਲਗਾਵਾਂਗੇ ਸਲੋਪ ਦਾ, क्रॉस मल्टीप्लाई करांगे और जो आप शो करना वो वाला आंसर अपने को आ जाएगा। नो नीड टू डू 14 सम। थैंक्स टू ऑल।